ਹੈਲੋ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਕਰਾਂਗੇ ਇਨਆਰਗੈਨਿਕ ਕੈਮਿਸਟਰੀ 'ਚ ਕੈਮੀਕਲ ਪਿਰੀਓਡਿਸਿਟੀ ਚੈਪਟਰ ਸ਼ੁਰੂ ਕਰਾਂਗੇ। ਤੇ ਆਪਾਂ ਇਹਦੇ ਵਿੱਚ ਹੈਗਾ ਮਾਡਰਨ ਪੀਰੀਓਡਿਕ ਲਾ ਪੜ੍ਹਨਾ ਪਹਿਲਾਂ, ਫਿਰ ਪ੍ਰੈਜ਼ੈਂਟ ਫਾਰਮ ਆ ਪੀਰੀਓਡਿਕ ਟੇਬਲ ਦੀ, SPDF ਬਲੌਕ ਐਲੀਮੈਂਟ ਬਾਰੇ ਪੜ੍ਹਨਾ, ਪੀਰੀਓਡਿਕ ਟ੍ਰੈਂਡ ਦੇ ਪੜ੍ਹਨਾ ਆਪਾਂ, ਅਟੋਮਿਕ ਦਾ ਐਨਿਕ ਸਾਈਜ਼ ਪੜ੍ਹਨਾ ਆਪਾਂ, ਆਇਓਨਾਈਜੇਸ਼ਨ ਐਂਥੈਲਪੀ ਪੜ੍ਹਨੀ ਆ, ਇਲੈਕਟ੍ਰੋਨ ਗੇਨ ਐਂਥੈਲਪੀ, ਬੈਲੈਂਸ ਆਕਸੀਡੇਸ਼ਨ ਸਟੇਟ ਤੇ ਕੈਮੀਕਲ ਰਿਐਕਟੀਵਿਟੀ। ਤਾਂ ਚਲੋ ਆਪਾਂ ਇਹ ਅੱਜ ਆ ਟੌਪਿਕ ਪੂਰਾ ਕਰ ਲਾਂਗੇ। ਅੱਜ ਪਹਿਲਾ ਟੌਪਿਕ ਤਾਂ ਕੈਮੀਕਲ ਪੀਰੀਓਡਿਸਿਟੀ ਚੈਪਟਰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੀਰੀਓਡਿਕ ਟੇਬਲ ਕਿ ਪੀਰੀਓਡਿਕ ਟੇਬਲ ਅਰੇਂਜਮੈਂਟ ਐਲੀਮੈਂਟ ਦੀ ਜਿਹਨੇ ਸਿਮਿਲਰ ਪ੍ਰੋਪਰਟੀ ਨੂੰ ਆਪਾਂ ਇਕੱਠੇ ਰੱਖਾਂਗੇ। ਤਾਂ ਪੀਰੀਓਡਿਕ ਟੇਬਲ ਕਿ ਲਾਰਜਲੀ ਜਿਹੜਾ ਐਕਸਪੈਰੀਮੈਂਟਲ ਆਬਜ਼ਰਵੇਸ਼ਨ ਕਰਕੇ ਆਪਾਂ ਪੀਰੀਓਡਿਕ ਟੇਬਲ ਬਣਾਉਂਦੇ ਹਾਂ ਵੀ ਜਿਹਦੇ ਕਰਕੇ ਆਪਾਂ ਨੂੰ ਕੋਈ ਇਹ ਚੈਪਟਰ ਆਪਾਂ ਨੂੰ ਪੜ੍ਹਨਾ ਸੌਖਾ ਹੋ ਜਾਏ। ਪਹਿਲਾਂ ਹੈ ਨਾ ਵੀ ਐਲੀਮੈਂਟ ਨੂੰ ਕਲਾਸੀਫਿਕੇਸ਼ਨ ਕਰਨ ਦੀ ਕਿਉਂ ਲੋੜ ਪਈ, ਕਿਉਂਕਿ ਆਪਾਂ ਕੋਈ ਵੀ ਚੀਜ਼ ਲੈਣ ਜਾਂਦੇ ਕਿਸੇ ਵੀ ਦੁਕਾਨ ਵਗੈਰਾ 'ਚ ਜਾਂਦੇ ਵੀ ਆਪਾਂ ਕੋਈ ਲਾ ਲਓ ਜਿਵੇਂ ਸ਼ੋਪ ਵਗੈਰਾ ਲੈਣ ਗਏ ਕੋਈ, ਤਾਂ ਉੱਥੇ ਹਰੇਕ ਦੁਕਾਨ 'ਤੇ ਜਿਵੇਂ ਬਰਤਨ ਸਾਫ਼ ਕਰਨ ਵਾਲੀ ਸ਼ੋਪ ਅਲੱਗ ਹੁੰਦੀਆਂ, ਨਹਾਉਣ ਵਾਲੀਆਂ ਸ਼ੋਪ ਅਲੱਗ ਹੁੰਦੀਆਂ, ਅਤੇ ਸਾਰੇ ਤਰ੍ਹਾਂ ਦੀ ਸ਼ੋਪ ਅਲੱਗ ਅਲੱਗ ਰੱਖੇ ਹੁੰਦੇ ਨਾ। ਉਹਦੇ ਵਿੱਚ ਸ਼ੋਪ ਵਾਲੇ ਖਾਨੇ 'ਚ ਵੀ ਸਾਰੇ ਤਰ੍ਹਾਂ ਦੀ ਸ਼ੋਪ ਅਲੱਗ ਅਲੱਗ ਲਿਖੇ ਹੁੰਦੇ। ਤਾਂ ਵੀ ਜਿਹੜੇ ਐਲੀਮੈਂਟ ਗਏ ਹੁਣ 118 ਐਲੀਮੈਂਟ ਆਪਾਂ ਨੂੰ ਨੌਨ ਗਏ ਹੁਣ, ਤਾਂ ਉਹਨਾਂ ਨੂੰ ਵੀ ਆਪਾਂ ਅਲੱਗ ਅਲੱਗ ਰੱਖਣ ਦੀ ਆਪਾਂ ਨੂੰ ਉਹ ਸੀਗਾ, ਤਾਂ 118 ਨੂੰ ਯਾਦ ਕਰਨਾ ਔਖਾ ਸੀਗਾ। ਤਾਂ ਕਰਕੇ ਫਿਰ ਉਹਨਾਂ ਨੇ ਸਾਇੰਟਿਸਟ ਨੇ ਉਹ ਕੀਤਾ, ਐਕਸਪੈਰੀਮੈਂਟ ਕੀਤੇ ਜਿਹਨਾਂ ਦੀਆਂ ਪ੍ਰੋਪਰਟੀਆਂ ਇੱਕੋ ਜਿਹੀਆਂ ਮਿਲਦੀਆਂ ਸੀਗੀਆਂ, ਉਹਨਾਂ ਨੂੰ ਇੱਕ ਗਰੁੱਪ ਦੇ ਵਿੱਚ ਰੱਖ ਲਿਆ। ਅਤੇ ਇਹਦੇ ਵਾਸਤੇ ਅਲੱਗ ਅਲੱਗ ਹੋਏ ਸੀਗੇ। ਤਾਂ ਸਾਰਿਆਂ ਨੂੰ ਪਹਿਲਾਂ ਹੋਇਆ ਸੀਗਾ ਡੋਬੀਨਰਸ ਲਾ ਆਫ ਡਰਾਈਡਸ, ਇਹਨੇ ਕਿ ਤਿੰਨ ਦੇ ਗਰੁੱਪ ਦੇ ਵਿੱਚ ਐਲੀਮੈਂਟ ਬਣਾਏ ਸੀਗੇ ਵੀ ਜਿਹੜਾ ਫਸਟ ਆ ਅਤੇ ਥਰਡ ਆ ਉਹਨਾਂ ਨੂੰ ਆਪਾਂ ਪਲੱਸ ਕਰਕੇ ਮੀਨ ਕਰਾਂਗੇ ਤਾਂ ਵਿਚਾਲੇ ਲੈ ਗਏ ਨੇ, 3 ਟ੍ਰੇਡਸ ਹੀ ਬਣਾਏ ਸੀਗੇ। ਤਾਂ ਬਸ ਇਟ ਬਾਅਦ ਦਾ ਕਲਾਸ ਐਲੀਮੈਂਟ ਇੰਟੂ ਗਰੁੱਪ ਆਫ 3 ਐਲੀਮੈਂਟ ਸਿਮਿਲਰ, ਇਹਨੇ ਕਿ ਅਤੇ ਦੂਜਾ ਹੈਗਾ ਟੈਲੂਅਰ ਸਕਰੂ, ਇਹ 1862 ਸੀਗਾ, ਇਹ ਕੀਤਾ ਸੀਗਾ ਚੈਨ ਕੋਰਟੀਸਨ ਨੇ। ਅਤੇ ਇਹ ਤੋਂ ਬਾਅਦ ਨੈਕਸਟ ਹੈਗਾ ਨਿਊਲੈਂਡਸ ਲਾ ਆਫ ਐਕਟਿਵਸ, ਇਹਨੇ ਕਿ ਜਿਵੇਂ ਆਪਾਂ ਸਾਰੇ ਗਾਮਾ ਪਾ ਰਹੇ ਹੁੰਦਾ ਹੈ ਨਾ, ਤਾਂ ਉਹਦੇ ਅਕੋਰਡਿੰਗ ਜਿਹੜਾ ਹਰੇਕ 8th ਐਲੀਮੈਂਟ ਹੈਗਾ ਉਹਦੀਆਂ ਪ੍ਰੋਪਰਟੀਆਂ ਕੀ ਆ ਸਿਮਿਲਰ ਹੁੰਦੀਆਂ। ਤਾਂ ਇਹ ਤੋਂ ਬਾਅਦ ਹੈਗਾ ਮੈਂਡਲੀਵਸ ਪੀਰੀਓਡਿਕ ਲਾ, ਇਹ ਪਹਿਲਾਂ ਵਾਲੇ 3 ਵੀ ਅਟੋਮਿਕ ਮਾਸ 'ਤੇ ਸੀ, ਮੈਂਡਲੀਵ ਪੀਰੀਓਡਿਕ ਲਾ ਵੀ ਕੀ ਆ ਅਟੋਮਿਕ ਮਾਸ 'ਤੇ ਸੀਗਾ। ਇਹਨੂੰ ਕੀ ਹੈ ਮੈਂਡਲੀਵਸ ਪੀਰੀਓਡਿਕ ਟੇਬਲ ਵੀ ਕਹਿੰਦੇ ਆ। ਉਹਦਾ ਪੀਰੀਓਡਿਕ ਲਾ ਜਿਹੜੇ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀ ਐਲੀਮੈਂਟ ਦੀਆਂ ਪੀਰੀਓਡਿਕ ਫੰਕਸ਼ਨਾਂ ਕਾਹਦੇ ਉਹਦਾ ਅਟੋਮਿਕ ਵੇਟ ਦੀਆਂ ਜਾਂ ਅਟੋਮਿਕ ਮਾਸ ਕਹਿ ਸਕਦੇ ਹਾਂ। ਮੈਂਡਲੀਵ ਦੇ ਪੀਰੀਓਡਿਕ ਐਲੀਮੈਂਟ ਨੂੰ ਅਰੇਂਜ ਕੀਤਾ ਸੀ ਇਨਕਰੀਜ਼ਿੰਗ ਅਟੋਮਿਕ ਵੇਟ ਦੇ ਅਕੋਰਡਿੰਗ ਦੇ ਵਿੱਚ, ਹੈ ਨਾ ਵੀ 7 ਹੋਰੀਜੈਂਟਲ ਰੂ ਸੀ, ਉਹਨਾਂ ਨੂੰ ਆਪਾਂ ਪੀਰੀਅਡ ਕਹਿੰਦੇ ਸੀ 1 ਤੋਂ ਲੈ ਕੇ 7 ਤੱਕ। ਜਿਹੜਾ ਮੈਂਡਲੀਵ ਦਾ ਰੀਜਨਲ ਟੇਬਲ ਸੀ ਉਹ 'ਚ 8 ਵਰਟੀਕਲ ਕਾਲਮ ਸੀ, ਉਹਨਾਂ ਨੂੰ ਆਪਾਂ ਕਹਿੰਦੇ ਸੀਗੇ ਗਰੁੱਪ ਸੀਗੇ, ਉਹਨਾਂ ਦੇ ਨੇਮ ਦਿੱਤੇ ਸੀਗੇ ਰੋਮਨ 'ਚ ਲਿਖੇ ਹੋਏ ਸੀ ਉਹਨਾਂ ਦੇ ਨੇਮ। ਜਿਹੜਾ 9th ਵਰਟੀਕਲ ਕਾਲਮ ਸੀ ਉਹਨੂੰ ਉਹ ਕਹਿੰਦਾ ਸੀਗਾ 0 ਗਰੁੱਪ, ਇਹਨੂੰ ਕੀਤਾ ਜੋ ਨਟ ਕੈਂਸਰ ਲੱਭੀਆਂ ਸੀ ਉਹਨੂੰ ਐਡ ਕੀਤਾ ਸੀਗਾ। ਪਹਿਲੇ 8 ਗਰੁੱਪ ਅਤੇ 0 ਗਰੁੱਪ, ਹਰੇਕ ਗਰੁੱਪ ਕੀ ਦੁਕਾਨ 2 ਸਬ ਗਰੁੱਪਾਂ 'ਚ ਡਿਵਾਈਡ ਕੀਤਾ ਸੀਗਾ, ਜਿਹਨੂੰ ਗਰੁੱਪ A ਅਤੇ ਗਰੁੱਪ B ਕਹਿੰਦੇ ਸੀਗੇ। ਗਰੁੱਪ 8 ਕੀ 9 ਐਲੀਮੈਂਟ ਦਾ ਅਰੇਂਜ ਕੀਤਾ ਹੋਇਆ ਸੀਗਾ 3 ਸੈੱਟਾਂ 'ਚ, ਹਰੇਕ 'ਚ ਕੀ 3 ਐਲੀਮੈਂਟ ਸੀਗੇ। ਤਾਂ ਨੈਕਸਟ ਆ ਗਿਆ ਜਿਹੜਾ ਹੁਣ ਆਪਣੇ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਕਹਿੰਦੇ, ਜੇ ਆਪਾਂ ਮਾਡਰਨ ਪੀਰੀਓਡਿਕ ਟੇਬਲ ਕਹਿੰਦੇ ਹੈ ਨਾ, ਇਹ ਕੀ ਫੰਡਾਮੈਂਟਲ ਪ੍ਰੋਪਰਟੀ ਕੀ ਸੀਗਾ ਅਟੋਮਿਕ ਨੰਬਰ ਸੀਗਾ। ਬਾਕੀ ਸਾਰਿਆਂ 'ਚ ਪਹਿਲਾਂ ਵਾਲੇ 'ਚ ਅਟੋਮਿਕ ਵੇਟ ਸੀਗਾ ਜਾਂ ਅਟੋਮਿਕ ਮਾਸ ਕਹਿ ਲਈਏ ਆਪਾਂ, ਪਰ ਇਹ 'ਚ ਇਹਨਾਂ ਨੇ ਕੀ ਲੈਤਾ ਅਟੋਮਿਕ ਨੰਬਰ ਲੈਤਾ। ਤਾਂ ਅਟੋਮਿਕ ਨੰਬਰ ਕੀ ਬੇਸਿਸ ਲੈਤਾ ਕਲਾਸੀਫਿਕੇਸ਼ਨ ਦਾ। ਮਾਡਰਨ ਪੀਰੀਓਡਿਕ ਟੇਬਲ ਦਿੱਤਾ ਸੀਗਾ ਮੋਸਲੇ ਨੇ, ਅਤੇ ਇਹਨੂੰ ਸਟੇਟ ਕੀਤਾ ਦਾ ਪ੍ਰੋਪਰਟੀ ਆਫ ਐਲੀਮੈਂਟਸ ਆਰ ਪੀਰੀਓਡਿਕ ਫੰਕਸ਼ਨ ਆਫ ਦੇਅਰ ਅਟੋਮਿਕ ਨੰਬਰ। ਅਤੇ ਅਟੋਮਿਕ ਨੰਬਰ ਨੂੰ ਆਪਾਂ ਬੇਸਿਸ ਲੈਤਾ ਕਲਾਸੀਫਿਕੇਸ਼ਨ ਦਾ। ਕਈ ਨੋਰਮੈਲਿਟੀਸ ਆਈਆਂ ਸੀ ਮੈਂਡਲੀਵ ਦੇ ਹੈ ਨਾ ਟੇਬਲ 'ਚ ਸੀਗੀਆਂ ਜਿਹੜੀਆਂ, ਉਹ ਕੀ ਹੋ ਗਿਆ ਖਤਮ ਹੋ ਗਿਆ, ਜਿਵੇਂ ਕਿ ਪੋਜੀਸ਼ਨ ਆਫ ਹਾਈਡਰੋਜਨ, ਜਿਹੜਾ ਹਾਈਡਰੋਜਨ ਹੈਗਾ ਡਿਊਲ ਬਿਹੇਵੀਅਰ ਸ਼ੋ ਕਰਦਾ। ਇੱਕ ਤਾਂ ਅਲਕਲੀ ਮੈਟਲਸ ਨਾਲ ਵੀ ਇਹ ਰਿਸੈਂਬਲ ਕਰਦਾ, ਅਤੇ ਦੂਜਾ ਕਿਹਦੇ ਨਾਲ ਕਰਦਾ ਹੈਲੋਜਨਸ ਨਾਲ ਵੀ। ਜੋ ਇੱਕ ਆਪਦਾ ਇਲੈਕਟ੍ਰੋਨ ਲਿਖਿਆ H ਪੋਜ਼ੀਟਿਵ ਬਣ ਜਾਂਦਾ ਬਿਹੇਵ ਲਾਈਕ ਅਲਕਲੀ ਮੈਥਡ, ਜੋ ਕਿ ਇੱਕ ਇਲੈਕਟ੍ਰੋਨ ਗੇਨ ਕਰ ਲੈਂਦਾ ਹੈਲੋਜਨ ਦੀ ਤਰ੍ਹਾਂ ਬਿਹੇਵ ਕਰਦਾ ਹੈਗਾ। ਤਾਂ ਹੈਲੋਜਨਸ ਕਿਹੜੇ ਹੁੰਦੇ ਆਪਣੇ ਕੋਲ ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ, ਇਹਨਾਂ ਦੀ ਤਰ੍ਹਾਂ ਉਹ ਕਰਦਾ ਹੈਗਾ। ਡਿਸਿਮਿਲਰ ਐਲੀਮੈਂਟਸ ਜਿਹੜੀ ਲੈਂਥ ਕੇ ਪੀਰੀਓਡਿਕ ਹੈ ਨਾ ਵੀ ਅਰੇਂਜਮੈਂਟ ਕੀਤੀ ਹੋਈ ਸੀਗੀ ਮੈਂਡਲੀਵ ਵਾਲੇ 'ਚ, ਉਹਨੇ ਕਿਹਾ ਡਿਸਿਮਿਲਰ ਐਲੀਮੈਂਟਸ ਨੂੰ ਵੀ ਕੀ ਕਰਤਾ ਸੀਗਾ ਇਕੱਠੇ ਕਰਤਾ ਸੀਗਾ। ਪਰ ਇਹਨੇ ਕਿਹਾ ਪੀਰੀਓਡਿਕ ਪੀਰੀਅਡ ਕੀ ਜੀ 2 2 8 1832, ਇਹਨਾਂ ਨੂੰ ਆਪਾਂ ਹੋਰ ਕੀ ਕਹਿ ਦਿੰਦੇ ਹਾਂ ਮੈਜਿਕ ਨੰਬਰ ਵੀ ਕਹਿੰਦੇ। ਇਹਦੇ ਅਕੋਰਡਿੰਗ ਕੀ ਆ ਮਾਡਰਨ ਪੀਰੀਓਡਿਕ ਟੇਬਲ 'ਚ ਉਹ ਕੀਤਾ, ਅਤੇ ਹਰੇਕ ਐਲੀਮੈਂਟ ਕੀ ਆ ਕੁਛ ਨਾ ਕੁਛ ਟਾਈਮ ਬਾਅਦ ਉਹ ਕਰਦਾ ਸੀ, ਤਾਂ ਕਰਕੇ ਇਹਨੇ ਪ੍ਰੋਪਰਟੀਆਂ ਉਹ ਨਹੀਂ ਕਰਦੇ ਸੀਗਾ।
ਤੀਜੀ ਹੈਗੀ ਤੀਜੀ ਅਨੋਮੈਲਿਟੀ ਕਿਹੜੀ ਦੂਰ ਕੀਤੀ ਸੀਗੀ, ਪੋਜੀਸ਼ਨ ਆਫ ਰੇਅਰ ਐਲੀਮੈਂਟਸ। ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਰੇਅਰ ਐਲੀਮੈਂਟ ਦੀ ਆਪਾਂ ਲਿਖਦੇ ਹਾਂ 2 8 18 18 ਪਲੱਸ ਐਕਸ ਹੈ ਨਾ, ਜਿੱਥੇ ਕੀ ਐਕਸ ਕੀ ਆ 0 ਤੋਂ ਲੈ ਕੇ 13 ਤੱਕ ਵੇਰੀ ਕਰਦਾ। ਜਿਵੇਂ ਲੈਥੇਨਮ ਤੋਂ ਇਲੈਕਟ੍ਰਮ ਤੱਕ ਜਿਹੜੇ ਨੰਬਰ ਹੈਗੇ ਇਲੈਕਟ੍ਰੋਨ ਦੇ ਬੈਲੈਂਸ ਸੈੱਲ 'ਚ ਇਹਨਾਂ ਦੇ ਸੇਮ ਰਹਿੰਦੇ ਆ, ਕਿਉਂਕਿ ਅਟੋਮਿਕ ਨੰਬਰ ਇੱਕ ਵਧੀਆ ਵੀ ਬੈਲੈਂਸ 'ਚ ਸੇਮ ਰਹਿਣਗੇ। ਤਾਂ ਇਹ ਕੀ ਸੇਮ ਨੰਬਰ ਆਫ ਬੈਲੈਂਸ ਹੀ ਇਲੈਕਟ੍ਰੋਨ ਹੁੰਦੇ ਆ, ਤਾਂ ਕੈਮੀਕਲ ਬਿਹੇਵੀਅਰ ਵੀ ਇਹਨਾਂ ਸੇਮ ਹੁੰਦਾ ਗਾ। ਤਾਂ ਇਹਨਾਂ ਕੀ ਗਰੁੱਪ ਦੇ ਵਿੱਚ ਉਹ ਕੀਤਾ ਸੀਗਾ, ਇਹਨਾਂ ਪੋਜੀਸ਼ਨ ਕੀ ਹੋ ਗਈ, ਸੇਮ ਹੋ ਗਈ ਪੀਰੀਓਡਿਕ ਟੇਬਲ। ਅਨੋਮੀਲਸ ਪੇਅਰ ਆਫ ਜਿਹੜੇ ਅਟੋਮਿਕ ਨੰਬਰ ਦੇ ਹਿਸਾਬ 'ਤੇ ਕੀ ਅਨੋਮੀਲਸ ਡਿਸਪੀਅਰ ਹੋ ਗਈ, ਜਿਵੇਂ ਉਹਨੇ ਕੀ ਦੋ ਐਲੀਮੈਂਟ ਇਕੱਠੇ ਕਰਤੇ ਸੀਗੇ ਆਇਰਨ ਨਾਲ, ਜਿਹਨਾਂ ਦੇ ਰਿਸੈਂਬਲ ਨਹੀਂ ਕਰਦਾ ਸੀਗੇ ਉਹ ਕੋਬਾਲਟ ਤੇ ਨਿਕਲ ਉਹਨੇ ਇੱਧਰ ਰੱਖਦੇ ਸੀਗੇ, ਮੈਂਟਲੀ ਉਹਨੇ ਆਇਰਨ ਇੱਧਰ ਕਰਦਾ। ਉਹਦਾ ਟੇਬਲ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ, 10th ਕਲਾਸ 'ਚ ਐਕਸਪਲੇਨ ਕੀਤਾ ਹੋਇਆ ਫੁੱਲ। ਨੈਕਸਟ ਆ ਗਿਆ ਪੋਜੀਸ਼ਨ ਆਫ ਐਸੋਟੋਪ। ਜਿਵੇਂ ਆਪਾਂ ਲਿਖਦੇ ਐਸੋਟੋਪ, ਹਾਈਡਰੋਜਨ ਦਾ ਐਸੋਟੋਪ ਹੀ ਲਿਖ ਲਿਆ ਆਪਾਂ। ਮੈਂਡਲੀਵ ਵਿੱਚ ਕੀ ਸੀਗਾ, ਅਟੋਮਿਕ ਨੰਬਰ ਦੇ ਹਿਸਾਬ ਸੀ ਤਾਂ ਐਸੋਟੋਪ ਕੀ ਸਾਰੇ ਕੀ ਅਲੱਗ-ਅਲੱਗ ਥਾਂ 'ਤੇ ਜਾਣੇ ਚਾਹੀਦੇ ਸੀਗੇ, ਪਰ ਉਹਨੇ ਐਸੋਟੋਪ ਨੂੰ ਐਕਸਪਲੇਨ ਨਹੀਂ ਕਰ ਸਕਦਾ। ਪਰ ਮਾਡਰਨ ਪੀਰੀਓਡਿਕ ਟੇਬਲ ਕਾਹਤੇ ਸੀਗਾ, ਅਟੋਮਿਕ ਨੰਬਰ 'ਤੇ ਬਣਿਆ ਹੋਇਆ ਸੀਗਾ, ਤਾਂ ਕਰਕੇ ਜਿਹੜੇ ਐਸੋਟੋਪ ਸੀਗੇ ਉਹ ਕੀ ਹੋ ਗਏ, ਸਾਰੇ ਕੀ ਇੱਕ ਥਾਂ 'ਤੇ ਆ ਗਏ, ਅਤੇ ਉਹਦੀ ਪੋਜੀਸ਼ਨ ਨੂੰ ਇਹ ਸਹੀ ਐਕਸਪਲੇਨ ਕਰ ਸਕਿਆ। 8th ਗਰੁੱਪ ਦੇ ਐਲੀਮੈਂਟ ਦੀ ਪੋਜੀਸ਼ਨ ਨੂੰ ਇਹਨੇ ਸਹੀ ਉਹ ਕਰਤਾ। ਟਰਾਂਸਯੂਰਿਕ ਐਲੀਮੈਂਟਸ ਕਿਹੜੇ ਹੁੰਦੇ ਐਲੀਮੈਂਟਸ ਹੈ ਨਾ, ਵੀ ਇੱਕ ਐਕਟੀਨਾਈਡ ਸੀਰੀਜ਼ ਬਣਾਤੀ। ਜਿਵੇਂ ਆਪਾਂ ਲੈਂਥੇਨਾਈਡ ਸੀਰੀਜ਼ ਪੜ੍ਹਦੇ ਹਾਂ, ਥੱਲੇ ਲੈਫਟ ਬਲੌਕ 'ਚ ਇੱਕ ਐਕਟੀਨਾਈਡ ਸੀਰੀਜ਼ ਬਣਾਤੀ ਇਹਨੇ। ਹੁਣ ਆਪਾਂ ਨੈਕਸਟ ਪੜ੍ਹਨਾ ਕਲਾਸੀਫਿਕੇਸ਼ਨ ਐਲੀਮੈਂਟ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਅਨਾਰਟਿਕ ਗੈਸ ਕਿਹੜੇ ਹੁੰਦੇ ਨੇ ਜਿਹੜੇ ਕਿ ਫੁੱਲੀ ਫਿਲਡ ਹੋਣ, ਜਿਵੇਂ NS2 NP6 ਉਹਦੇ ਕੀ ਹੋਵੇ, ਫੁੱਲੀ ਫਿਲਡ ਹੋਵੇ, ਇਹਨਾਂ ਦੀ ਕਨਫੀਗਰੇਸ਼ਨ ਇਹ ਹੁੰਦੀ ਆ। ਤੇ ਇਹਨਾਂ ਨੂੰ ਆਪਾਂ ਕੀ ਕਹਿੰਦੇ, ਨੋਬਲ ਗੈਸ ਵੀ ਕਹਿੰਦੇ ਹੁੰਦੇ, ਕਿ ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜੈਨੋਨ, ਰੇਡੀਅਮ ਇਹ ਕਿ ਗਰੁੱਪ ਦੇ ਵਿੱਚ ਹੁੰਦੇ ਆ। ਰੀਪ੍ਰਜੈਂਟੇਟਿਵ ਜਾਂ ਨਾਰਮਲ ਐਲੀਮੈਂਟ ਕਿਹੜੇ ਹੁੰਦੇ ਆ, ਆਊਟਰਮੋਸਟ ਸੈੱਲ 'ਚ ਕੀ ਹੋਵੇ, ਵੈਲੈਂਸੀ ਹੋਵੇ 0 ਤੋਂ ਲੈ ਕੇ 1 ਤੱਕ ਹੋਵੇ, NS1 ਤੋਂ ਲੈ ਕੇ NS2 N5 ਤੱਕ ਹੋਵੇ ਇਹਨਾਂ ਦੀ ਕਨਫੀਗਰੇਸ਼ਨ। ਆ ਇਹਨਾਂ ਦਾ ਹੋਗਾ। ਇਸ ਤੋਂ ਬਾਅਦ ਆ ਗਏ ਟ੍ਰਾਂਜੀਸ਼ਨ ਐਲੀਮੈਂਟ, ਜਿਨ੍ਹਾਂ ਦੀ ਕਨਫੀਗਰੇਸ਼ਨ N-1D 1 ਤੋਂ ਲੈ ਕੇ 9 ਤੱਕ, NS0 1 ਜਾਂ 2 ਹੋਵੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਟ੍ਰਾਂਜੀਸ਼ਨ ਐਲੀਮੈਂਟਸ ਕਹਿੰਦੇ ਹਾਂ। ਇਹਨਾਂ ਟ੍ਰਾਂਜੀਸ਼ਨ ਐਲੀਮੈਂਟ ਦੀ ਕਨਫੀਗਰੇਸ਼ਨ ਆ, ਬਸ ਇਹ 'ਚ ਮੇਨਲੀ ਤਾਂ ਕਨਫੀਗਰੇਸ਼ਨ ਹੀ ਯਾਦ ਕਰਨੀ ਆਪਾਂ ਨੂੰ, ਬਾਕੀ ਤਾਂ ਸਾਰਾ ਕੁਛ ਪਤਾ ਗਾ। ਲੈਂਥੇਨਾਈਡ ਕਿਹੜੇ ਹੁੰਦਾ, CG58 ਤੋਂ ਲੈ ਕੇ 71 ਤੱਕ। ਐਕਟੀਨਾਈਡ ਦਾ F ਬਲੌਕ 'ਚ ਆਪਾਂ ਪੜ੍ਹ ਲੈਂਦੇ ਹਾਂ। ਹੁਣ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ, ਇਹਨੂੰ ਆਪਾਂ ਲੌਂਗ ਫਾਰਮ ਵੀ ਪੀਰੀਓਡਿਕ ਟੇਬਲ ਦੀ ਕਹਿੰਦੇ ਹਾਂ, ਬੋਰਸ ਟੇਬਲ ਵੀ ਕਹਿੰਦੇ ਹਾਂ, ਹੈ ਨਾ। ਜਿਹੜੇ ਐਲੀਮੈਂਟ ਅਰੇਂਜ ਕਾਹਦੇ ਕੀਤੇ ਹੋਏ ਨਿਊਕਲੀਓਲੋਜੀਕਲ ਅਟੋਮਿਕ ਨੰਬਰ 'ਤੇ, ਇਹ 'ਚ 4 ਬਲੌਕ ਹੈ ਆਪਣੇ ਕੋਲ, S P D ਤੇ F ਬਲੌਕ। ਅਤੇ ਇਹ 'ਚ ਗਰੁੱਪ ਕਿੰਨੇ ਆਪਣੇ ਕੋਲ 18 ਗੇ, ਪੀਰੀਅਡ ਕਿੰਨੇ 7 ਆ। ਜੇ ਪੀਰੀਅਡ ਨੂੰ ਆਪਾਂ ਯਾਦ ਰੱਖਣਾ ਹੋਵੇ ਨਾ, ਵੀ ਜਿਹੜੀਆਂ ਹੌਰੀਜ਼ੌਂਟਲ ਲਾਈਨਾਂ ਹੁੰਦੀਆਂ ਉਹ ਕੀ ਹੁੰਦੀਆਂ ਆਪਣੀਆਂ, ਪੀਰੀਅਡ ਹੁੰਦੀਆਂ। HP ਤੋਂ ਯਾਦ ਰੱਖਦਾ, HP 7 ਅਤੇ GB 18। ਗਰੁੱਪ ਕਿ ਵਰਟੀਕਲ ਲਾਈਨਾਂ ਹੁੰਦੀਆਂ ਉਹ ਕਿੰਨੇ ਆ 18 ਗੇ। ਤਾਂ ਹੁਣ ਜਿਹੜੇ ਆਪਣੇ ਕੋਲ ਅਲੱਗ-ਅਲੱਗ ਬਲੌਕ ਗਏ, ਉਹਨਾਂ ਨੂੰ ਆਪਾਂ ਕਹਿੰਦੇ ਜਿਹੜੇ ਵੀ ਗਰੁੱਪ 1 ਅਤੇ 2 ਆ, ਉਹਨੂੰ ਤਾਂ ਆਪਾਂ ਕਹਿੰਦੇ ਹਾਂ S ਬਲੌਕ। 13 ਤੋਂ ਲੈ ਕੇ 18 ਤੱਕ ਉਹਨੂੰ ਆਪਾਂ ਕਹਿੰਦੇ P ਬਲੌਕ। 3 ਤੋਂ ਲੈ ਕੇ 12 ਤੱਕ ਉਹਨੂੰ ਆਪਾਂ ਕਹਿੰਦੇ ਹਾਂ D ਬਲੌਕ। ਜਿਹੜੀਆਂ ਥੱਲੇ 2 ਹੌਰੀਜ਼ੌਂਟਲ ਰਹੂਗੀਆਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ F ਬਲੌਕ ਕਹਿੰਦੇ ਹਾਂ। ਅੱਛਾ ਆਪਾਂ ਦੇਖ ਆਹ ਤਾਂ ਆਪਣੇ ਕੋਲ ਕੀ ਆ S ਬਲੌਕ ਆ ਦੋਨੇ, ਤਾਂ ਆਹ ਆਪਣੇ ਕੋਲ ਕੀ ਆ P ਬਲੌਕ ਆ, ਤਾਂ ਆਪਣੇ ਕੋਲ ਕੀ ਆ D ਬਲੌਕ ਆ। ਤਾਂ ਇਹਨਾਂ ਦੀ ਸਾਰਿਆਂ ਦੀ ਕਨਫੀਗਰੇਸ਼ਨ ਇਹਦੇ ਉੱਪਰ ਲਿਖੀ ਹੋਈ ਆਪਾਂ ਪੜ੍ਹ ਸਕਦੇ ਹਾਂ। ਇਹ PDF ਤੁਹਾਨੂੰ ਗਰੁੱਪ ਵਿੱਚ ਪ੍ਰੋਵਾਈਡ ਕਰਾ ਦੂੰਗਾ। ਜਿਹੜੇ ਐਲੀਮੈਂਟ ਗਏ S ਅਤੇ P ਬਲੌਕ ਦੇ ਉਹਨਾਂ ਨੂੰ ਆਪਾਂ ਨਾਰਮਲ ਜਾਂ ਰੀਪ੍ਰਜੈਂਟਿਵ ਐਲੀਮੈਂਟ ਵੀ ਕਹਿ ਦਿੰਦੇ ਹਾਂ, ਹੈ ਨਾ। ਅਤੇ ਜਿਹੜੇ D ਬਲੌਕ ਦੇ ਉਹਨਾਂ ਨੂੰ ਆਪਾਂ ਟ੍ਰਾਂਜੀਸ਼ਨ ਐਲੀਮੈਂਟ ਕਹਿੰਦੇ ਹਾਂ। ਜਿਹੜੇ F ਬਲੌਕ ਦੇ ਉਹਨਾਂ ਨੂੰ ਇਨਰ ਟ੍ਰਾਂਜੀਸ਼ਨ ਐਲੀਮੈਂਟ ਕਹਿੰਦੇ ਹਾਂ। ਤਾਂ ਹੁਣ ਗਰੁੱਪ ਦੀ ਜਿਹੜੇ 18 ਪਾਰਟੀਕਲ ਲੈਣਾ ਉਹਨਾਂ ਨੂੰ ਆਪਾਂ ਗਰੁੱਪ ਕਹਿੰਦੇ ਹਾਂ, ਹੈ ਨਾ। ਵੀ ਪਾਰਟੀਕਲ ਹੁੰਦਾ ਵੀ ਇੱਕ ਫੈਮਿਲੀ 'ਚ ਹੁੰਦੇ, ਉਹਨਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਗਰੁੱਪ ਦੇ ਵਿੱਚ ਰੱਖਦੇ ਹਾਂ। ਅਤੇ ਹੁਣ ਦੇਖ ਲਏ ਵੀ ਜਿਵੇਂ ਗਰੁੱਪ 1 ਨੂੰ ਆਪਾਂ ਕਹਿੰਦੇ ਐਲਕਲੀ ਮੈਟਲਸ, ਗਰੁੱਪ 2 ਐਲਕੇਲਾਈਨ ਅਰਥ ਮੈਟਲ ਵੀ ਕਹਿ ਦਿੰਦੇ ਹਾਂ। ਗਰੁੱਪ 3 ਨੂੰ
ਪਿੰਕ ਕੌਨਜੈਂਸ ਵੀ ਕਹਿੰਦੇ ਆ। ਗਰੁੱਪ 16 ਸੈਲੋਜਨ ਕਹਿੰਦੇ ਆ, ਹੈਲੋਜਨ ਕਹਿੰਦੇ ਆ। ਗਰੁੱਪ 17 ਨੂੰ, ਗਰੁੱਪ 18 ਨੂੰ ਨੋਬਲ ਗੈਸ ਜਾਂ ਐਰੋਜਨਸ ਕਹਿ ਸਕਦੇ ਆ। ਇਹਨਾਂ ਦੇ ਅਲੱਗ-ਅਲੱਗ ਨਾਂ ਗੇ, ਆਪਾਂ ਇਹ ਵੀ ਯਾਦ ਰੱਖਣਗੇ, ਕਈ ਵਾਰ ਪੁੱਛ ਲੈਂਦੇ ਆ ਵੀ ਗਰੁੱਪ 17 ਨੂੰ ਕੀ ਕਹਿੰਦੇ ਆ, ਜਾਂ ਹੈਲੋਜਨ ਕਿਹੜੇ ਗਰੁੱਪ ਨੂੰ ਕਹਿੰਦੇ ਆ। ਆਪਣੇ ਕੋਲ F ਬਲੋਕ ਆ, ਤਾਂ ਬਲੋਕ ਸਾਰੇ ਹੁਣ ਆ ਗਿਆ ਆਪਣੇ ਕੋਲ ਪੀਰੀਅਡ। ਜਿਹੜੀਆਂ ਹੌਰੀਜ਼ੌਂਟਲ ਰੋ ਗਈਆਂ ਉਹਨੂੰ ਪੀਰੀਅਡ ਕਹਿ ਦਿੰਦੇ ਆਪਾਂ। ਹੁਣ ਜਿਹੜਾ ਫਸਟ ਪੀਰੀਅਡ ਹੈਗਾ ਉਹ 'ਚ ਕਿੰਨੇ ਆ, 2 ਐਲੀਮੈਂਟ ਆ। ਸੈਕੰਡ 'ਚ ਕਿੰਨੇ ਆ, 8 ਐਲੀਮੈਂਟ ਆ। ਥਰਡ 'ਚ ਵੀ ਕਿੰਨੇ ਆ, 8 ਆ। ਫੋਰਥ 'ਚ ਆਪਣੇ ਕੋਲੇ ਕਿੰਨੇ ਆ, 18 ਆ। ਫਿਫਥ 'ਚ ਆਪਣੇ ਕੋਲੇ 18 ਆ। ਸਿਕਸਥ ਪੀਰੀਅਡ 'ਚ ਆਪਣੇ ਹੈਗਾ 32। ਸੈਵਨਥ 'ਚ ਹੈਗਾ ਆਪਣੇ ਕੋਲੇ 32। ਤਾਂ ਇਹ ਕੀ ਇਨਕੰਪਲੀਟ ਆ। ਅਤੇ 19 ਗਰੁੱਪ ਮੈਨ ਮੇਡ ਆਪਾਂ ਇਹਦੇ ਵਿੱਚ ਉਹ ਰੱਖੇ ਹੋਏ ਆ। ਤਾਂ ਹੁਣ ਆਪਣਾ ਮੇਨ ਟੌਪਿਕ ਹੁਣ ਸ਼ੁਰੂ ਹੁੰਦਾ ਪੀਰੀਓਡਿਸਿਟੀ ਇਨ ਪ੍ਰੋਪਰਟੀ। ਜਿਹੜੇ ਸਿਮਿਲਰ ਇਲੈਕਟ੍ਰੋ ਕਨਫੀਗਰੇਸ਼ਨ ਹੈਗੀ ਹੈ ਨਾ, ਵੀ ਕੁਛ ਨਾ ਕੁਛ ਪੀਰੀਅਡ ਤੋਂ ਬਾਅਦ ਸੇਮ ਹੋ ਜੇ, ਆਪਣੀ ਪੀਰੀਓਡਿਸਿਟੀ ਸੇਮ ਹੋ ਜੇ, ਉਹਨੂੰ ਆਪਾਂ ਕਹਿੰਦੇ ਹਾਂ ਪੀਰੀਓਡਿਸਿਟੀ। ਦਾ ਰੈਪੀਟੇਸ਼ਨ ਆਫ ਸਿਮਿਲਰ ਇਲੈਕਟ੍ਰੋ ਕਨਫੀਗਰੇਸ਼ਨ ਆਫਟਰ ਡੈਫੀਨਿਟ ਪੀਰੀਅਡ ਇਜ਼ ਦਾ ਕਾਜ਼ ਆਫ ਪੀਰੀਓਡਿਸਿਟੀ ਜਿਹਾ ਕਰਕੇ ਹੁੰਦਾ। ਆਪਾਂ ਕੀ ਇਲੈਕਟ੍ਰੀਕਲ ਅਰੇਂਜਮੈਂਟ ਕਰਾਂਗੇ ਐਲੀਮੈਂਟ ਦੀ, ਤਾਂ ਮਾਡਰਨ ਵਿਊ ਦਾ ਜਿਹੜੀ ਬੈਲੈਂਸੀਆ ਨਾ ਇੰਡੀਕੇਟ ਕਰਾਂਗੇ, ਨੰਬਰ ਆਫ ਬੈਲੈਂਸ ਇਲੈਕਟ੍ਰੋਨ ਆਪਣੇ ਕੋਲ ਕਿੰਨੇ ਪ੍ਰੈਜੈਂਟ ਆ। ਤਾਂ ਉਹਦੇ ਹਿਸਾਬ ਨਾਲ ਆਪਾਂ ਦੱਸੀ ਜਾਂਦੇ ਰਹਿੰਦੇ ਹਾਂ ਵੀ ਇਹਦੀ ਆ ਪਹਿਲੇ ਗਰੁੱਪ ਜਾਊਗਾ ਹੈ ਨਾ। ਜਿਵੇਂ ਆਪਾਂ ਅੱਗੇ ਫਸਟ ਗਰੁੱਪ 'ਚ ਲਾਸਟ ਵਾਲੀ ਕਨਫੀਗਰੇਸ਼ਨ ਕਿੰਨੀ ਆਉਣੀ ਚਾਹੀਦੀ ਆ, 1। ਸੈਕਿੰਡ ਗਰੁੱਪ 'ਚ ਕਿੰਨੀ ਆਉਂਦੀ ਆ, 2। 13 'ਚ ਆਉਂਦਾ ਗਾ ਬੈਲੈਂਸ ਇਲੈਕਟ੍ਰੋਨ 3 ਹੈ ਨਾ। 14 'ਚ 4, 15 'ਚ 5, 16 'ਚ 6, 17 'ਚ 7, 18 'ਚ ਕਿੰਨੀ ਹੁੰਦੀ ਆ, 0। ਤਾਂ ਉਹਦੇ ਹਿਸਾਬ ਨਾਲ ਵੀ ਬੈਲੈਂਸ ਇਲੈਕਟ੍ਰੋਨ ਇਹ 'ਚ ਤਾਂ 8 ਹੁੰਦੇ ਆ, ਤਾਂ ਬੈਲੈਂਸੀ ਆਪਾਂ ਉਹਦੇ ਹਿਸਾਬ ਨਾਲ ਕੱਢ ਲਾਂਗੇ। ਫਿਰ ਜਿਹੜੀਆਂ ਪੀਰੀਓਡਿਕ ਪ੍ਰੋਪਰਟੀਆਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਰਿਲੇਟ ਹੁੰਦੀਆਂ ਉਹਦੀ ਇਲੈਕਟ੍ਰੋ ਕਨਫੀਗਰੇਸ਼ਨ 'ਤੇ। ਇੱਕ ਰੈਗੂਲਰ ਗ੍ਰੇਡੀਸ਼ਨ ਕਰਦੇ ਆਪਾਂ, ਜਿਵੇਂ ਲੈਫਟ ਤੋਂ ਰਾਈਟ ਜਾਂਦੇ ਹਾਂ ਜਾਂ ਟੌਪ ਤੋਂ ਬਾਟਮ ਜਾਂਦੇ ਹਾਂ। ਕੁਛ ਸਮ ਪੀਰੀਅਡ ਔਰ ਫਰੋਮ ਟੌਪ ਟੂ ਬਾਟਮ ਇਨ ਏ ਗਰੁੱਪ। ਕੁਛ ਇੰਪੋਰਟੈਂਟ ਪ੍ਰੋਪਰਟੀਆਂ ਕਿਹੜੀਆਂ ਆਕਸੀਡੇਸ਼ਨ ਨੰਬਰ ਆ, ਸ਼ੀਲਡਿੰਗ ਨੰਬਰ ਆ, ਅਟੋਮਿਕ ਆਇਓਨਾਈਜੇਸ਼ਨ ਕੀ, ਇਲੈਕਟ੍ਰੋਨ ਅਫਿਨਿਟੀ, ਇਲੈਕਟ੍ਰੋਨ ਐਕਟੀਵਿਟੀ ਆ, ਬੈਲੈਂਸੀ ਆ, ਡੈਂਸਿਟੀ ਆ, ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ।